GNA यूनिवर्सिटी ਜਿਹੜੇ ਬਾਕੀ ਯੂਨੀਵਰਸਿਟੀਆਂ ਨਾਲੋਂ ਡਿਫਰੈਂਟ ਹੈ ਉਹ ਇਹ ਕਿ ਅਸੀਂ ਇੰਡਸਟਰੀ ਰੈਡੀ ਕਰਕੇ ਬੱਚਾ ਭੇਜਦੇ ਹਾਂ। ਇੰਜੀਨੀਅਰਿੰਗ ਦੇ ਨਾਲ ਹੋਰ ਕਿਹੜੇ ਕੋਰਸਿਸ ਇੱਥੇ ਪ੍ਰੋਵਾਈਡ ਕੀਤੇ ਜਾਂਦੇ ਸਾਡੇ ਕੋਲ ਸਾਰੇ ਹੀ ਮੇਜਰ ਕੋਰਸਿਸ ਹੈ ਜੀ। ਹਸਪਿਟੈਲਿਟੀ ਵੀ ਹੈ, ਮੈਡੀਕਲ ਕੋਰਸਿਸ ਵੀ ਹੈ, ਉਸ ਤੋਂ ਬਾਅਦ ਬਿਜ਼ਨਸ ਦੇ ਕੋਰਸਿਸ ਵੀ ਹੈ, ਲਿਬਰਲ ਆਰਟਸ ਦੇ ਕੋਰਸਿਸ ਵੀ ਹੈ। ਠੀਕ ਹੈ, ਸਾਡੇ ਕੋਲ ਜਿੰਨੇ ਵੀ ਹੈ, ਡਿਜ਼ਾਈਨ ਵੀ ਹੈ, ਠੀਕ ਹੈ, ਫੈਕਲਟੀ ਆਫ ਨੈਚੁਰਲ ਸਾਇੰਸਿਸ ਵੀ ਹੈ। ਇੰਡਸਟਰੀ ਦੀ ਰਿਕੁਆਇਰਮੈਂਟ ਹੈਗੀ ਸਕਿਲਡ ਵਰਕਰ ਦੀ, ਬਟ ਹੁਣ ਟਾਈਮ ਟੋਟਲੀ ਚੇਂਜ ਹੋ ਚੁੱਕਾ ਹੈ। ਹੁਣ ਇੰਡਸਟਰੀ ਕੋਲ ਇੰਨਾ ਟਾਈਮ ਨਹੀਂ ਹੈ ਕਿ ਉਹ ਬੱਚੇ 'ਤੇ ਸਪੈਂਡ ਕਰੇ, ਬੱਚੇ ਨੂੰ ਇੰਡਸਟਰੀ ਰੈਡੀ ਕਰੇ। ਸਾਡਾ ਫੋਕਸ ਹੁੰਦਾ ਹੈ ਕਿ ਬੱਚੇ ਨੂੰ ਅਸੀਂ ਨਵੀਆਂ ਟੈਕਨੋਲੋਜੀ ਸਿਖਾਈਏ। ਮੇਰੇ ਖਿਆਲ GNA ਯੂਨੀਵਰਸਿਟੀ ਜਿੰਨਾ ਇੰਜੀਨੀਅਰਿੰਗ ਦੇ ਵਿੱਚ ਕਿਸੇ ਵੀ ਯੂਨੀਵਰਸਿਟੀ ਕੋਲ ਐਕਸਪੀਰੀਅੰਸ ਨਹੀਂ ਹੈ, ਕਿਉਂਕਿ ਵੀ ਆਰ ਸਪਲਾਈਂਗ ਆਟੋ ਪਾਰਟ ਥਰੂ ਆਊਟ ਦਾ ਵਰਲਡ। ਦੁਨੀਆ ਦਾ ਇੱਦਾਂ ਦਾ ਕੋਈ ਕੰਟਰੀ ਨਹੀਂ ਜਿੱਥੇ ਸਾਡੇ ਆਟੋ ਪਾਰਟ ਨਹੀਂ ਜਾਂਦੇ। ਸਾਡਾ ਫੋਕਸ ਕੁਆਂਟੀਟੀ ਨੇ ਤੇ ਨਹੀਂ ਹੈ, ਕੁਆਲਿਟੀ ਤੇ ਹੈ ਕਿ ਸਾਡੇ ਕੋਲ ਬੱਚੇ ਭਾਵੇਂ 2000 ਐਡਮਿਸ਼ਨ ਹੋਵੇ ਇੱਕ ਸੈਸ਼ਨ ਦੇ ਵਿੱਚ, ਮਗਰ ਬੱਚੇ ਜਿਹੜੇ 2000 ਐਡਮਿਟ ਹੋਣ, ਮਗਰ ਉਹ ਬੱਚਾ ਜਦੋਂ ਇੰਡਸਟਰੀ ਵਿੱਚ ਜਾਵੇ ਤੇ ਇੱਕ GNA ਦਾ ਨਾਮ ਆਟੋਮੈਟਿਕਲੀ ਬੂਸਟ ਅਪ ਹੋਵੇ। GNA ਯੂਨੀਵਰਸਿਟੀ ਦਾ ਇਹ ਇੱਕ ਬੜਾ ਵੱਡਾ ਪਲੱਸ ਪੁਆਇੰਟ ਹੈ ਕਿ ਸਾਡੀ ਇੰਡਸਟਰੀ ਤੇ ਸਾਡੀ ਯੂਨੀਵਰਸਿਟੀ ਅੰਡਰ ਵਨ ਰੂਫ ਹੈ। ਅਗਰ ਕਿਸੇ ਹੋਰ ਯੂਨੀਵਰਸਿਟੀ ਜਾਂ ਕਾਲਜ ਨੇ ਕਿਸੇ ਇੰਡਸਟਰੀ 'ਚ ਵਿਜ਼ਿਟ ਕਰਵਾਉਣਾ ਹੁੰਦਾ, ਉਹਨੂੰ ਪਰਮਿਸ਼ਨ ਲੈਣੀ ਹੁੰਦੀ ਹੈ, ਉਹ ਰਿਕੁਐਸਟ ਕਰਦਾ ਇੰਡਸਟਰੀ ਨੂੰ। ਸਾਡਾ ਤਾਂ ਆਪਣਾ ਇੰਡਸਟਰੀ ਹੈ, ਸਾਡੀ ਆਪਣੀ ਯੂਨੀਵਰਸਿਟੀ ਹੈ, ਸਾਡੇ ਕੋਲ ਇੱਕ ਡਿਫਰੈਂਟ ਐਜ। ਤੁਸੀਂ ਕੋਵਿਡ ਵਿੱਚ ਦੇਖਿਆ ਹੋਏਗਾ ਕਿ ਮੋਸਟ ਆਫ ਦਾ ਟਾਈਮ ਯੂਨੀਵਰਸਿਟੀਜ਼ ਜਾਂ ਕਾਲਜਸ ਬੰਦ ਸੀਗੇ, ਮਗਰ ਮੈਂ ਇੱਕ ਪ੍ਰਾਊਡਲੀ ਕਹਿੰਦਾ ਕਿ ਸਾਡੀ ਯੂਨੀਵਰਸਿਟੀ ਦਾ ਕੋਈ ਵੀ ਪ੍ਰੋਫੈਸਰ ਇੱਕ ਦਿਨ ਵੀ ਬਿਨਾ ਮਿਹਨਤ ਤੋਂ ਨਹੀਂ ਰਿਹਾ। ਉਹਦਾ ਇੱਕ ਰੀਜ਼ਨ ਸੀਗਾ, ਕਿਉਂਕਿ ਅਸੀਂ ਚਾਹੁੰਦੇ ਸੀ ਕਿ ਸਾਡਾ ਬੱਚਾ ਦਾ ਉਹ ਟਾਈਮ ਜਿਹੜਾ ਬਹੁਤ ਪ੍ਰੋਪਰ ਯੂਟਿਲਾਈਜ਼ ਹੋਵੇ, ਕਿਉਂਕਿ ਸਾਨੂੰ ਪਤਾ ਸੀਗਾ ਕਿ ਬਾਕੀ ਇਸ ਵੇਲੇ ਸੁੱਤੇ ਪਏ ਆ ਤੇ ਅਸੀਂ ਜਾਗੇ ਹੋਏ ਹਾਂ। ਅੱਜ ਕੱਲ੍ਹ ਦਾ ਜਿਹੜਾ ਸਮਾਂ ਹੈ ਉਹ ਟੈਕਨੋਲੋਜੀ ਦਾ ਸਮਾਂ, ਮਾਡਰਨਾਈਜੇਸ਼ਨ ਦਾ ਸਮਾਂ ਹੈ। ਤੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜੇਕਰ ਐਜੂਕੇਸ਼ਨ ਦੀ ਵੀ ਗੱਲ ਕਰੀਏ ਤਾਂ ਐਜੂਕੇਸ਼ਨ ਦੇ ਵਿੱਚ ਵੀ ਜੇਕਰ ਮਾਡਰਨਾਈਜੇਸ਼ਨ ਨਹੀਂ ਆਏਗੀ, ਟੈਕਨੋਲੋਜੀ ਦੀ ਵਰਤੋਂ ਨਹੀਂ ਕੀਤੀ ਜਾਏਗੀ, ਤਾਂ ਐਜੂਕੇਸ਼ਨ ਵੀ ਜਿਹੜੀ ਉਹ ਪੁਰਾਣੇ ਤੌਰ ਤਰੀਕੇ ਨਾਲ ਜੇ ਕਰਾਈ ਜਾਏਗੀ ਤਾਂ ਬਹੁਤ ਜਿਹੜੇ ਅੱਜ ਕੱਲ੍ਹ ਦੇ ਸਾਡੇ ਬੱਚੇ ਨੇ ਉਹ ਪਿੱਛੇ ਰਹਿ ਜਾਣਗੇ। ਕਿਉਂਕਿ ਅੱਜ ਦੇ ਸਮੇਂ 'ਚ ਇਹ ਵੀ ਦੇਖਣ ਨੂੰ ਮਿਲ ਰਿਹਾ ਕਿ ਪੜ੍ਹਾਈ ਦੇ ਵਾਸਤੇ ਬੱਚੇ ਜਿਹੜੇ ਬਾਹਰਲੀਆਂ ਕੰਟਰੀਜ਼ ਦੇ ਵਿੱਚ ਜਾਣਾ ਜ਼ਿਆਦਾ ਪਸੰਦ ਕਰਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਇੱਥੇ ਸਿਰਫ ਪੜ੍ਹਾਈ 'ਤੇ ਜ਼ੋਰ ਦਿੱਤਾ ਜਾਂਦਾ, ਸਕਿੱਲਸ 'ਤੇ ਜ਼ੋਰ ਨਹੀਂ ਦਿੱਤਾ ਜਾਂਦਾ। ਤਾਂ ਅੱਜ ਫਗਵਾੜਾ ਦੇ ਨਾਲ ਲੱਗਦੇ ਇੱਕ GNA ਯੂਨੀਵਰਸਿਟੀ ਦੇ ਵਿੱਚ ਪਹੁੰਚੇ, ਜਿੱਥੇ ਬਹੁਤ ਤਰ੍ਹਾਂ ਦੇ ਕੋਰਸਿਸ ਜਿਹੜੇ ਨੇ ਇੱਥੇ ਕਰਾਏ ਜਾਂਦੇ ਨੇ। ਇੱਥੇ ਸਿਰਫ ਪੜ੍ਹਾਈ ਨਹੀਂ ਕਰਾਈ ਜਾਂਦੀ, ਪੜ੍ਹਾਈ ਦੇ ਨਾਲ ਬੱਚੇ ਨੂੰ ਸਕਿੱਲਸ ਵੀ ਜਿਹੜੇ ਆ ਦਿੱਤੇ ਜਾਂਦੇ ਆ, ਵੀ ਜਿਸ ਕਿੱਤੇ ਦੇ ਵਾਸਤੇ ਜਿਸ ਪੜ੍ਹਾਈ ਉਹ ਕਰਨ ਆ ਰਿਹਾ ਤਾਂ ਉਸ ਦੀ ਪ੍ਰੈਕਟੀਕਲ ਨੌਲੇਜ ਦੇ ਕੇ ਵੀ ਉਸ ਨੂੰ ਜ਼ਮਾਨੇ ਦੇ ਵਿੱਚ ਕੰਪੀਟੀਸ਼ਨ ਕਰਨ ਦੇ ਵਾਸਤੇ ਪੂਰਾ ਤਿਆਰ ਕਰਕੇ ਇੱਥੋਂ ਭੇਜਿਆ ਜਾਂਦਾ। ਤਾਂ ਹੋਰ ਜਾਣਕਾਰੀ ਲਵਾਂਗੇ। ਸਾਡੇ ਨਾਲ GNA ਯੂਨੀਵਰਸਿਟੀ ਦੇ ਵਿੱਚ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਡੀਨ ਵਿਕਰਾਂਤ ਸ਼ਰਮਾ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਰ, ਜਿਸ ਤਰ੍ਹਾਂ ਮੈਂ ਗੱਲ ਦੀ ਸ਼ੁਰੂਆਤ ਕੀਤੀ ਕਿ ਐਜੂਕੇਸ਼ਨ ਦੇ ਵਿੱਚ ਮਾਡਰਨਾਈਜੇਸ਼ਨ ਬਹੁਤ ਜ਼ਰੂਰੀ ਹੈ, ਕੀ ਲੱਗਦਾ ਹੈ ਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਐਜੂਕੇਸ਼ਨ ਕਿੱਥੇ ਕੁ ਹੈ, ਕਿਉਂਕਿ ਅੱਜ ਕੱਲ੍ਹ ਹਰ ਬੱਚਾ ਬਾਹਰ ਜਾਣਾ ਪ੍ਰੈਫਰ ਕਰਦਾ? ਪਹਿਲਾਂ ਤਾਂ ਸਭ ਨਾਲੋਂ ਮੈਂ ਥੈਂਕਸ ਕਰਨਾ ਚਾਹਾਂਗਾ ਰੋਜ਼ਾਨਾ ਸਪੋਕਸਮੈਨ ਦਾ ਕਿ ਉਹਨਾਂ ਨੇ ਸਾਡੀ ਯੂਨੀਵਰਸਿਟੀ 'ਚ ਆ ਕੇ ਸਾਡੇ ਕੋਲੋਂ ਪੁੱਛਣਾ ਚਾਹਿਆ ਕਿ GNA ਯੂਨੀਵਰਸਿਟੀ ਕਿੱਦਾਂ ਡਿਫਰੈਂਟ ਹੈ ਬਾਕੀ ਯੂਨੀਵਰਸਿਟੀਜ਼ ਨਾਲੋਂ। ਦੇਖੋ, ਇਸ ਵੇਲੇ ਜਿਹੜਾ ਜ਼ਮਾਨਾ ਹੈਗਾ, ਜਿੱਦਾਂ ਤੁਸੀਂ ਪਹਿਲਾਂ ਹੀ ਦੱਸਿਆ ਕਿ ਰੋਜ਼ ਨਵੀਆਂ ਚੇਂਜਸ ਆ ਰਹੀਆਂ। ਪਹਿਲਾਂ ਤਾਂ ਰੋਜ਼ ਨਵੀਆਂ ਚੇਂਜਸ ਆਉਂਦੀਆਂ ਸੀ, ਹੁਣ ਹਰ ਮਿੰਟ ਬਾਅਦ ਨਵੀਆਂ ਚੇਂਜਸ ਆ ਰਹੀਆਂ। ਅਤੇ ਪ੍ਰੋਬਲਮ ਕਿੱਥੇ ਆ ਰਹੀ ਹੈ, ਬੱਚਾ ਬਾਹਰ ਕਿਉਂ ਭੱਜ ਰਿਹਾ? ਉਹਦੇ ਪਿੱਛੇ ਬਹੁਤ ਵੱਡਾ ਲੌਜਿਕ ਹੈ, ਕਿਉਂਕਿ ਬੱਚੇ ਨੂੰ ਇੱਥੇ ਜੌਬਸ ਨਹੀਂ ਮਿਲ ਰਹੀਆਂ, ਕਿਉਂਕਿ ਇੰਡਸਟਰੀ ਦੀ ਰਿਕੁਆਇਰਮੈਂਟ ਹੈਗੀ ਸਕਿਲਡ ਵਰਕਰ ਦੀ। ਉਹ ਚਾਹੁੰਦੇ ਆ ਕਿ ਸਕਿਲਡ ਵਰਕਰ, ਅੱਗੇ ਹੁੰਦਾ ਸੀ ਕਿ ਇੰਡਸਟਰੀ ਬੱਚਿਆਂ ਨੂੰ ਲੈ ਕੇ BTech ਤੋਂ ਬਾਅਦ ਉਹਨਾਂ 'ਤੇ ਕੁਝ ਟਾਈਮ ਸਪੈਂਡ ਕਰਕੇ ਉਹਨਾਂ ਨੂੰ ਇੰਡਸਟਰੀ ਰੈਡੀ ਕਰਦੀ ਸੀ, ਬਟ ਹੁਣ ਟਾਈਮ ਟੋਟਲੀ ਚੇਂਜ ਹੋ ਚੁੱਕਾ ਹੈ। ਹੁਣ ਇੰਡਸਟਰੀ ਕੋਲ ਇੰਨਾ ਟਾਈਮ ਨਹੀਂ ਹੈ ਕਿ ਉਹ ਬੱਚੇ 'ਤੇ ਸਪੈਂਡ ਕਰੇ, ਬੱਚੇ ਨੂੰ ਇੰਡਸਟਰੀ ਰੈਡੀ ਕਰੇ। ਇਸ ਲਈ GNA ਯੂਨੀਵਰਸਿਟੀ ਜਿਹੜੇ ਬਾਕੀ ਯੂਨੀਵਰਸਿਟੀਆਂ ਨਾਲੋਂ ਡਿਫਰੈਂਟ ਹੈ ਉਹ ਇਹ ਕਿ ਅਸੀਂ ਇੰਡਸਟਰੀ ਰੈਡੀ ਕਰਕੇ ਬੱਚਾ ਭੇਜਦੇ ਹਾਂ, ਨਵੀਆਂ ਟੈਕਨੋਲੋਜੀਜ਼ ਨਾਲ ਅਵੇਅਰ ਕਰਾ ਕੇ ਭੇਜਦੇ ਹਾਂ। ਸਾਡਾ ਫੋਕਸ ਹੁੰਦਾ ਹੈ ਕਿ ਬੱਚੇ ਨੂੰ ਅਸੀਂ ਨਵੀਆਂ ਟੈਕਨੋਲੋਜੀ ਸਿਖਾਈਏ ਤਾਂ ਕਿ ਸਾਡੇ ਬੱਚੇ ਨੂੰ ਇੰਡਸਟਰੀ ਵਿੱਚ ਜਾ ਕੇ ਕਿਸੇ ਤਰ੍ਹਾਂ ਦੀ ਫਾਈਟ ਨਹੀਂ ਕਰਨੀ ਪਏ। ਦੇਖੋ, ਅਸੀਂ ਇੰਡਸਟਰੀ ਦੇ ਵਿੱਚ 1946 ਤੋਂ ਹੈਗੇ ਹਾਂ, ਠੀਕ ਹੈ। ਮੇਰੇ ਖਿਆਲ GNA ਯੂਨੀਵਰਸਿਟੀ ਜਿੰਨਾ ਇੰਜੀਨੀਅਰਿੰਗ ਦੇ ਵਿੱਚ ਕਿਸੇ ਵੀ ਯੂਨੀਵਰਸਿਟੀ ਕੋਲ ਐਕਸਪੀਰੀਅੰਸ ਨਹੀਂ ਹੈ, ਕਿਉਂਕਿ ਵੀ ਆਰ ਸਪਲਾਈਂਗ ਆਟੋ ਪਾਰਟ ਥਰੂ ਆਊਟ ਦਾ ਵਰਲਡ। ਦੁਨੀਆ ਦਾ ਇੱਦਾਂ ਦਾ ਕੋਈ ਕੰਟਰੀ ਨਹੀਂ ਜਿੱਥੇ ਸਾਡੇ ਆਟੋ ਪਾਰਟ ਨਹੀਂ ਜਾਂਦੇ। ਉਹਦੇ ਪਿੱਛੇ ਰੀਜ਼ਨ ਕੀ ਹੈ ਕਿ ਸਾਡੀ ਕੁਆਲਿਟੀ ਜੋ ਹੈ ਉਹ ਬੈਸਟ ਹੈਗੀ ਹੈ, ਠੀਕ ਹੈ। ਉਹ ਅੱਛੀ ਹੋਣ ਦਾ ਕਾਰਨ ਹੈ ਕਿ ਸਾਡਾ ਸ਼ੁਰੂ ਤੋਂ ਹੀ 1946 ਤੋਂ ਹੀ ਫੋਕਸ ਰਿਹਾ ਕਿ ਅਸੀਂ ਜਿਹੜਾ ਆਪਣਾ ਪ੍ਰੋਡਕਟ ਡਿਵੈਲਪ ਕਰਨਾ ਉਹਦੀ ਕੁਆਲਿਟੀ ਡਿਵੈਲਪ ਕਰਨੀ।
ਕਿਉਂਕਿ ਜੇ ਕੁਆਲਿਟੀ ਹੋਏਗੀ ਤੇ ਕਸਟਮਰ ਨੇ ਤੁਹਾਡੇ ਕੋਲ ਆਪਣੇ ਆਪ ਆਣਾ। ਸੇਮ ਚੀਜ਼ ਅਸੀਂ ਆਪਣੀ ਯੂਨੀਵਰਸਿਟੀ ਵਿੱਚ ਵੀ ਇੰਪਲੀਮੈਂਟ ਕਰ ਰਹੇ ਹਾਂ। ਸਾਡਾ ਫੋਕਸ ਕੁਆਂਟੀਟੀ ਨੇ ਤੇ ਨਹੀਂ ਹੈ, ਕੁਆਲਿਟੀ ਤੇ ਹੈ ਕਿ ਸਾਡੇ ਕੋਲ ਬੱਚੇ ਭਾਵੇਂ 2000 ਐਡਮਿਸ਼ਨ ਹੋਵੇ ਇੱਕ ਸੈਸ਼ਨ ਦੇ ਵਿੱਚ, ਮਗਰ ਬੱਚੇ ਜਿਹੜੇ 2000 ਐਡਮਿਟ ਹੋਣ, ਮਗਰ ਉਹ ਬੱਚਾ ਜਦੋਂ ਇੰਡਸਟਰੀ ਵਿੱਚ ਜਾਵੇ ਤੇ ਇੱਕ ਜੀਐਨਏ ਦਾ ਨਾਮ ਆਟੋਮੈਟਿਕਲੀ ਬੂਸਟ ਅਪ ਹੋਵੇ, ਕਿਉਂਕਿ ਉਹ ਬੱਚਾ ਜਾ ਕੇ ਜੋ ਤੁਹਾਡੀ ਪਬਲਿਸਿਟੀ ਕਰਦਾ ਹੈ, ਉਹ ਸ਼ਾਇਦ ਤੁਸੀਂ ਸ਼ਹਿਰ ਦੇ ਵਿੱਚ ਜਿੰਨੇ ਮਰਜ਼ੀ ਬੋਰਡ ਲਗਾ ਲਓ, ਜਿੰਨੇ ਮਰਜ਼ੀ ਤੁਸੀਂ ਆਪਣੇ 1-to-1 ਮੀਡੀਆ ਤੇ ਇੰਟਰੈਕਟ ਕਰ ਲਓ, ਉਹ ਚੀਜ਼ ਨਹੀਂ ਬਣਦੀ। ਕਿਉਂਕਿ ਬੱਚੇ ਨੂੰ ਜੇ ਤੁਸੀਂ ਕੁਛ ਉਹਨੇ ਜਿਹੜਾ ਆਪਣਾ ਟਾਈਮ ਸਪੈਂਡ ਕੀਤਾ, ਮਨੀ ਸਪੈਂਡ ਕੀਤੀ ਹੈ, ਜੇ ਤੁਸੀਂ ਉਹਦੇ ਵਿੱਚ ਬੱਚੇ ਨੂੰ ਪੂਰਾ ਇੰਡਸਟਰੀ ਰੈਡੀ ਕਰਕੇ ਭੇਜ ਦਿਓ, ਉਹ ਬੱਚਾ ਆਪਣੇ ਆਪ 'ਚ ਇੱਕ ਡਿਫਰੈਂਟ ਕੌਨਫੀਡੈਂਸ ਲੈਵਲ ਨਾਲ ਜਾਂਦਾ ਹੈ। ਬਿਲਕੁਲ ਸਰ, ਅਸੀਂ ਜਿਸ ਤਰ੍ਹਾਂ ਯੂਨੀਵਰਸਿਟੀ ਅਸੀਂ ਖੁਦ ਵੀ ਦੇਖੀ, ਤੁਹਾਡੀਆਂ ਲੈਬਸ ਦੇਖੀਆਂ ਅਸੀਂ, ਇੱਕ ਤੋਂ ਇੱਕ ਲੇਟੈਸਟ ਇਕਵਿਪਮੈਂਟ ਜਿਹੜਾ ਇੱਥੇ ਰੱਖਿਆ ਗਿਆ, ਤੇ ਮੈਨੂੰ ਲੱਗਦਾ ਕਿ ਇਸ ਰੀਜਨ ਦੀ ਇਹ ਪਹਿਲੀ ਯੂਨੀਵਰਸਿਟੀ ਹੋਏਗੀ ਜਿਹੜੀ ਫੁੱਲ ਫਲੈਜ ਇੱਦਾਂ ਇੱਥੇ ਵਰਕ ਕਰਦੀ ਹੈ। ਮੈਂ ਤੁਹਾਨੂੰ ਇਹ ਦੱਸਣ ਜਾ ਰਿਹਾ ਕਿ ਤੁਸੀਂ ਅੱਜ ਤੱਕ ਸੁਣਿਆ ਹੋਵੇਗਾ ਮੈਡੀਕਲ ਕਾਲਜ ਦੀ ਕੰਡੀਸ਼ਨ ਹੁੰਦੀ ਹੈ ਕਿ ਹਸਪੀਟਲ ਤੇ ਮੈਡੀਕਲ ਕਾਲਜ ਅੰਡਰ ਵਨ ਰੂਫ ਹੁੰਦਾ। ਜੀਐਨਏ ਯੂਨੀਵਰਸਿਟੀ ਦਾ ਇਹ ਇੱਕ ਬੜਾ ਵੱਡਾ ਪਲੱਸ ਪੁਆਇੰਟ ਹੈ ਕਿ ਸਾਡੀ ਇੰਡਸਟਰੀ ਤੇ ਸਾਡੀ ਯੂਨੀਵਰਸਿਟੀ ਅੰਡਰ ਵਨ ਰੂਫ ਹੈ, ਕਿ ਜੋ ਮਾਰਕੀਟ ਦੇ ਵਿੱਚ ਡਿਮਾਂਡ ਹੈ ਉਹ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਹਾਂ। ਅਸੀਂ ਹਰ ਸਾਲ ਆਪਣੀ BOS ਕਰਦੇ ਹਾਂ, ਜਿਹਦੇ ਵਿੱਚ ਕੀ ਹੈ, ਇੰਡਸਟਰੀ ਤੋਂ ਐਕਸਪਰਟ ਬੁਲਾਉਂਦੇ ਹਾਂ, ਚੰਗੇ ਅਕੈਡਮਿਸ਼ਨ ਬੁਲਾਉਂਦੇ ਹਾਂ, ਉਹਨਾਂ ਨੂੰ ਇੱਕ ਰਾਊਂਡ ਟੇਬਲ ਤੇ ਬਿਠਾਉਂਦੇ ਹਾਂ, ਉੱਥੇ ਡਿਬੇਟ ਹੁੰਦੀ ਪ੍ਰੋਪਰ ਕਿ ਜਿਹੜਾ ਇੰਡਸਟਰੀ ਤੋਂ ਆਉਂਦਾ ਬੰਦਾ ਉਹ ਕਹਿੰਦਾ ਇਸ ਵੇਲੇ ਇੰਡਸਟਰੀ ਦੇ ਵਿੱਚ ਇਹ ਚੱਲ ਰਿਹਾ, ਸਾਨੂੰ ਇਹ ਰਿਕੁਆਇਰਮੈਂਟ ਹੈ। ਫਿਰ ਉਹਦੇ ਨਾਲ ਜਿਹੜਾ ਅਕੈਡਮਿਸ਼ਨ ਬੈਠਾ ਉਹ ਦੱਸਦਾ ਹੈ ਕਿ ਇਸ ਚੀਜ਼ ਲਈ ਆਹ ਪਹਿਲਾਂ ਬੱਚੇ ਦਾ ਬੇਸ ਹੋਣਾ ਜ਼ਰੂਰੀ ਹੈ, ਫਿਰ ਤੁਸੀਂ ਇਹ ਕੋਰਸ ਕਰਾ ਸਕਦੇ ਹੋ। ਪ੍ਰੀ ਰਿਕੁਐਸਟ ਹੁੰਦੀ ਹਰ ਚੀਜ਼ ਦੀ ਜੀ। ਤੇ ਉਹਦੇ ਕਰਕੇ ਅਸੀਂ ਹਰ ਵੇਲੇ ਉਪਰਾਲਾ ਕਰੀਦਾ ਕਿ ਸਾਡੇ ਬੱਚੇ ਡਿਫਰੈਂਟ ਹੋਣ। ਤੁਸੀਂ ਕੋਵਿਡ ਵਿੱਚ ਦੇਖਿਆ ਹੋਏਗਾ ਕਿ ਮੋਸਟ ਆਫ ਦਾ ਟਾਈਮ ਯੂਨੀਵਰਸਿਟੀਜ਼ ਜਾਂ ਕਾਲਜਸ ਬੰਦ ਸੀਗੇ ਕਿਉਂਕਿ ਗਵਰਨਮੈਂਟ ਦੀਆਂ ਇੰਸਟਰਕਸ਼ਨਾਂ ਸੀ, ਮਗਰ ਮੈਂ ਇੱਕ ਪ੍ਰਾਊਡਲੀ ਕਹਿੰਦਾ ਕਿ ਸਾਡੀ ਯੂਨੀਵਰਸਿਟੀ ਦਾ ਕੋਈ ਵੀ ਪ੍ਰੋਫੈਸਰ ਇੱਕ ਦਿਨ ਵੀ ਬਿਨਾਂ ਮਿਹਨਤ ਤੋਂ ਨਹੀਂ ਰਿਹਾ। ਉਹਦਾ ਇੱਕ ਰੀਜ਼ਨ ਸੀਗਾ, ਕਿਉਂਕਿ ਅਸੀਂ ਚਾਹੁੰਦੇ ਸੀ ਕਿ ਸਾਡਾ ਬੱਚਾ ਦਾ ਉਹ ਟਾਈਮ ਜਿਹੜਾ ਬਹੁਤ ਪ੍ਰੋਪਰ ਯੂਟਿਲਾਈਜ਼ ਹੋਵੇ, ਕਿਉਂਕਿ ਸਾਨੂੰ ਪਤਾ ਸੀਗਾ ਕਿ ਬਾਕੀ ਇਸ ਵੇਲੇ ਸੁੱਤੇ ਪਏ ਆ ਤੇ ਅਸੀਂ ਜਾਗੇ ਹੋਏ ਆ। ਤੇ ਉਹਦੇ ਨਾਲ ਕੀ ਸੀਗਾ ਕਿ ਅਸੀਂ ਬੱਚਿਆਂ ਦੇ ਪ੍ਰੈਕਟੀਕਲ ਵੀ ਪਰਫਾਰਮ ਕਰਾਏ। ਸਾਡਾ IIT ਦਿੱਲੀ ਨਾਲ ਵਰਚੁਅਲ ਐਪ ਦਾ MOU ਹੈ, ਸਾਡੇ ਬੱਚਿਆਂ ਨੇ ਪ੍ਰੈਕਟੀਕਲਸ ਵੀ ਕੀਤੇ, ਉਸ ਤੋਂ ਬਾਅਦ NPTEL ਦੇ ਕੋਰਸ ਵੀ ਕੀਤੇ, ਕਿਉਂਕਿ ਸਾਡੇ ਕੋਲ ਜਿਹੜੇ ਬੱਚੇ ਪੜ੍ਹਦੇ ਆ ਉਹ ਸਾਡੇ ਕੋਲ ਪੜ੍ਹਦੇ IIT ਦੀ ਸਰਟੀਫਿਕੇਸ਼ਨ ਵੀ ਕਰ ਸਕਦੇ ਆ, ਕਿ ਅਸੀਂ ਹਮੇਸ਼ਾ ਡਿਫਰੈਂਟ ਚੱਲਣ ਦੀ ਕੋਸ਼ਿਸ਼ ਕੀਤੀ। ਤੇ ਜਦੋਂ ਕੋਵਿਡ ਤੋਂ ਬਾਅਦ ਖਤਮ ਹੋਇਆ ਤੇ ਸਾਡੇ ਬੱਚਿਆਂ ਦੀ ਪਾਰ ਐਕਸਲੈਂਟ ਪਲੇਸਮੈਂਟਸ ਹੋਈਆਂ, ਕਿਉਂਕਿ ਸਾਡਾ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਵੀ ਉਦੋਂ ਵੀ ਐਕਟਿਵ ਸੀਗਾ, ਤੇ ਅਸੀਂ ਸਾਡੇ ਪ੍ਰੋਪਰ ਲੈਕਚਰ ਲੱਗ ਰਹੇ ਸੀ। ਈਵਨ ਮੋਸਟ ਆਫ ਦਾ ਯੂਨੀਵਰਸਿਟੀਜ਼ ਗੂਗਲ ਤੇ ਆਪਣੇ ਲੈਕਚਰਸ ਲਗਾ ਰਹੀਆਂ ਸੀ। ਉਸ ਟਾਈਮ ਤੇ ਬਲੈਕਬੋਰਡ ਸੌਫਟਵੇਅਰ ਕੀਤਾ, ਜਿਹੜੀ ਦੁਨੀਆ ਦੀਆਂ ਬੈਸਟ ਯੂਨੀਵਰਸਿਟੀਜ਼ ਯੂਜ਼ ਕਰਦੀਆਂ ਹੈਗੀਆਂ, ਕਿਉਂਕਿ ਸਾਡਾ ਮੇਨ ਫੋਕਸ ਉਦੋਂ ਵੀ ਸੀ, ਚਾਹੇ ਅਸੀਂ ਯੂਨੀਵਰਸਿਟੀ ਜਾਂ ਘਰ ਬੈਠੇ ਸੀਗੇ, ਕਿਉਂਕਿ ਜਿਹੜੀ ਮੈਨੇਜਮੈਂਟ ਸੀ ਉਹ ਤਾਂ ਯੂਨੀਵਰਸਿਟੀ ਆਉਂਦੀ ਸੀਗੀ, ਤੇ ਸਾਡਾ ਉਸ ਟਾਈਮ ਵੀ ਮੀਟਿੰਗਸ ਹੁੰਦੀਆਂ ਸੀ। ਸਾਡਾ ਮੇਨ ਮੋਟਿਵ ਇਹੀ ਸੀਗਾ ਕਿ ਅਸੀਂ ਆਪਣੇ ਬੱਚੇ ਨੂੰ ਬੈਸਟ ਕਿੱਦਾਂ ਪ੍ਰੋਵਾਈਡ ਕਰਨਾ। ਉਹ ਚੀਜ਼ ਨੂੰ ਦੇਖਦੇ ਹੋਏ ਅਸੀਂ ਬੱਚੇ ਨੂੰ ਬਲੈਕਬੋਰਡ ਸੌਫਟਵੇਅਰ ਤੇ ਲੈਕਚਰ ਲਗਵਾਏ। ਬਲੈਕਬੋਰਡ ਸੌਫਟਵੇਅਰ ਤੇ ਜਦੋਂ ਕਲਾਸਿਸ ਲੱਗ ਰਹੀਆਂ ਸੀ, ਬੱਚੇ ਨੂੰ ਇਹ ਲੱਗ ਰਿਹਾ ਸੀ ਕਿ ਮੈਂ ਕਲਾਸਰੂਮ 'ਚ ਹੀ ਬੈਠਾ, ਕਿਉਂਕਿ ਉਹਦੇ ਐਪਲੀਕੇਸ਼ਨਸ ਬੜੀਆਂ ਸੀਗੀਆਂ, ਟੂਲਸ ਉਹਦੇ ਬੜੇ ਅੱਛੇ ਸੀਗੇ, ਤੇ ਬੱਚੇ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕੀਤੀ ਗਈ। ਸਰ, ਇੰਜੀਨੀਅਰਿੰਗ ਦੇ ਨਾਲ ਹੋਰ ਕਿਹੜੇ ਕੋਰਸਿਸ ਇੱਥੇ ਪ੍ਰੋਵਾਈਡ ਕੀਤੇ ਜਾਂਦੇ? ਸਾਡੇ ਕੋਲ ਸਾਰੇ ਹੀ ਮੇਜਰ ਕੋਰਸਿਸ ਹੈ ਜੀ। ਹਸਪਿਟੈਲਿਟੀ ਵੀ ਹੈ, ਮੈਡੀਕਲ ਕੋਰਸਿਸ ਵੀ ਹੈ, ਉਸ ਤੋਂ ਬਾਅਦ ਬਿਜ਼ਨਸ ਦੇ ਕੋਰਸਿਸ ਵੀ ਹੈ, ਲਿਬਰਲ ਆਰਟਸ ਦੇ ਕੋਰਸਿਸ ਵੀ ਹੈ, ਠੀਕ ਹੈ। ਸਾਡੇ ਕੋਲ ਜਿੰਨੇ ਵੀ ਹੈ, ਡਿਜ਼ਾਈਨ ਵੀ ਹੈ, ਠੀਕ ਹੈ, ਫੈਕਲਟੀ ਆਫ ਨੈਚੁਰਲ ਸਾਇੰਸਿਸ ਵੀ ਹੈ। ਜਿੰਨੇ ਵੀ ਇੱਕ ਯੂਨੀਵਰਸਿਟੀ ਕੋ ਕੋਰਸਿਸ ਹੁੰਦੇ, ਸਾਡੇ ਕੋਲ ਸਾਰੇ ਕੋਰਸਿਸ ਹੈਗੇ। ਜੇਕਰ ਇੱਥੇ 10 ਬੱਚੇ ਆ ਜਾਣ, ਉਹ ਕਹਿਣ ਅਸੀਂ ਇੱਕੋ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਹੈ 10 ਜਣੇ ਨੇ, ਪਰ ਸਾਰੇ ਵੱਖ-ਵੱਖ ਸਟਰੀਮਾਂ 'ਚ ਲੈਣੀਆਂ ਹੋਣ, ਕਿਸੇ ਨੇ ਮੈਡੀਕਲ ਕਰਨੀ ਹੋਵੇ, ਕਿਸੇ ਨੇ ਮਾਸ ਮੀਡੀਆ, ਕਿਸੇ ਨੇ ਇੰਜੀਨੀਅਰਿੰਗ, ਕਿਸੇ ਨੇ ਕੁਛ, ਮਤਲਬ ਇੱਕੋ ਕਾਲਜ ਦੇ ਵਿੱਚ ਉਹ ਯੂਨੀਵਰਸਿਟੀ ਦੇ ਵਿੱਚ ਆ ਸਕਦੇ ਨੇ। ਦੇਖੋ, ਸਾਡੇ ਕੋਲ 10 ਹੀ ਫੈਕਲਟੀਆਂ ਹੈਗੀਆਂ। ਜਿੱਦਾਂ ਤੁਸੀਂ 10 ਸਟੂਡੈਂਟਸ ਦਾ ਕਿਹਾ, ਸਾਡੇ ਕੋਲ 10 ਦੀਆਂ 10 ਹੀ ਫੈਕਲਟੀਆਂ ਅਵੇਲੇਬਲ ਹੈ, ਠੀਕ ਹੈ। ਤੇ ਉਹ ਬੱਚੇ ਨੂੰ ਮੈਂ ਜੋ ਤੁਸੀਂ ਤੁਹਾਡਾ ਕੁਐਸਚਨ ਹੈ ਬਿਲਕੁਲ ਵੈਲਿਡ ਹੈ, ਮੈਂ ਉਹਦੇ ਨਾਲ ਬੜਾ ਐਗਰੀ ਹਾਂ, ਕਿਉਂਕਿ 10 ਦੋਸਤ ਹੋ ਸਕਦੇ ਆ, ਮਗਰ ਉਹ 10 ਦੇ ਟੇਸਟ ਡਿਫਰੈਂਟ ਹੋ ਸਕਦੇ ਆ। ਹੋ ਸਕਦਾ 10 ਨੇ ਆਪਣੀ ਲਾਈਫ ਦੇ ਵਿੱਚ ਡਿਫਰੈਂਟ ਵੇਜ਼ ਨਾਲ ਰਾਈਜ਼ ਕਰਨਾ ਹੋਵੇ। ਕੋਈ ਐਨੀਮੇਸ਼ਨ ਦੇ ਵਿੱਚ ਜਾ ਕੇ ਰਾਈਜ਼ ਕਰਨਾ ਚਾਹੁੰਦਾ ਹੈ, ਕੋਈ ਲਿਬਰਲ ਆਰਟਸ ਦੇ ਵਿੱਚ ਜਾ ਕੇ ਆਪਣਾ ਫਿਊਚਰ ਬਣਾਉਣਾ ਚਾਹੁੰਦਾ ਹੈ, ਕੋਈ ਆਪਣਾ ਮੈਡੀਕਲ ਲਾਈਨ ਦੇ ਵਿੱਚ ਜਾ ਕੇ, ਕੁਛ ਇੰਜੀਨੀਅਰਿੰਗ ਦੇ ਲਾਈਨ ਦੇ ਵਿੱਚ ਜਾ ਕੇ। ਸੋ ਹਰ ਇੱਕ ਕੋਰਸ ਸਾਡੇ ਕੋਲ ਅਵੇਲੇਬਲ ਹੈ। ਪਾਰ ਐਕਸਲੈਂਟ ਸਾਡੇ ਕੋਲ ਫੈਕਲਟੀ ਹੈ, ਸਟੇਟ ਆਫ ਆਰਟ ਲੈਬੋਰਟਰੀਜ਼ ਹੈ, ਪ੍ਰੋਪਰ ਟ੍रेनिंग एंड प्लेसमेंट सेल है, प्रॉपर इंफ्रास्ट्रक्चर है, अपना ऑडिटोरियम है, अपने सेमिनार हॉल्स है, क्योंकि बच्चे ने अगर कुछ स्टेज ਤੇ ਜਾ ਕੇ ਬੋਲੇਗਾ ਤਦ ਹੀ ਉਹ ਕੱਲ ਜਾ ਕੇ ਕਿਤੇ ਬਾਹਰਲੀ ਸਟੇਜ ਤੇ ਬੋਲ ਪਾਏਗਾ। ਅਸੀਂ ਬੱਚੇ ਦੀ ਓਵਰਆਲ ਗਰੂਮਿੰਗ ਤੇ
ਪੂਰਾ ਫੋਕਸ ਕਰਦੇ ਹਾਂ ਤਾਂ ਕਿ ਬੱਚੇ ਨੂੰ ਕਿਸੇ ਤਰ੍ਹਾਂ ਵੀ ਨਾ ਲੱਗੇ ਕਿ ਮੈਂ ਕਿਸੇ ਵੀ ਪੁਆਇੰਟ 'ਚ ਮਿਸ ਹੈਗਾ, ਉਹ ਆਪਣੇ ਆਪ ਨੂੰ ਪਲੱਸ ਹੀ ਕਰੇ। ਉਹ ਪ੍ਰੋਪਰ ਸਾਡੀਆਂ ਪਰਸਨੈਲਿਟੀ ਡਿਵੈਲਪਮੈਂਟ ਦੀਆਂ ਕਲਾਸਿਸ ਲੱਗਦੀਆਂ, ਐਪਟੀਟਿਊਡ ਦੀਆਂ ਕਲਾਸਿਸ ਲੱਗਦੀਆਂ, ਕਿਉਂਕਿ ਬੱਚਾ ਜਦੋਂ ਇੱਥੋਂ ਜਾਵੇ ਉਹਨੂੰ ਲੱਗੇ ਕਿ ਮੈਂ ਇੱਥੇ ਕੁਝ ਡਿਫਰੈਂਟ ਹੀ ਲਰਨ ਕਰਕੇ ਜਾਇਆ। ਸਰ ਅੱਜ ਕੱਲ੍ਹ ਨੌਜਵਾਨਾਂ ਦੀ ਇੱਕ ਹੋਰ ਦਿੱਕਤ ਹੈ, ਉਹ ਕਹਿੰਦੇ ਚਲੋ ਅਸੀਂ ਪੜ੍ਹਾਈ ਇੱਥੇ ਕਰ ਲੈਂਦੇ ਹਾਂ, ਪੜ੍ਹਾਈ ਤੋਂ ਬਾਅਦ ਕਹਿੰਦੇ ਪਲੇਸਮੈਂਟਸ ਨਹੀਂ ਹੁੰਦੀਆਂ, ਸਾਡੀਆਂ ਨੌਕਰੀਆਂ ਨਹੀਂ ਹੈਗੀਆਂ, ਤਾਂ ਯੂਨੀਵਰਸਿਟੀ ਫਿਰ ਉਹ ਪਲੇਸਮੈਂਟਸ ਕਿਸ ਤਰ੍ਹਾਂ ਕਰਾ ਕੇ ਦਿੰਦੀ ਹੈ ਬੱਚਿਆਂ ਦੀ, ਔਰ ਕਿੱਥੇ ਕਿੱਥੇ ਕਰਾ ਕੇ ਦਿੰਦੀ ਸਰ ਹੈ? ਮੈਂ ਤੁਹਾਨੂੰ ਇੱਥੇ ਪ੍ਰਾਊਡਲੀ ਕਹਿਣਾ ਕਿ ਸਾਡੀ ਓਵਰਆਲ ਪਰਸੈਂਟੇਜ ਜਿਹੜੀ ਉਹ 93% ਹੈਗੀ ਹੈ। ਜਿਹੜੇ ਰੈਸਟ ਆਫ ਥੋੜ੍ਹੇ ਬਹੁਤੇ ਬੱਚੇ ਆ ਉਹਨਾਂ ਦੇ ਆਪਣੇ ਬਿਜ਼ਨਸ ਹੈਗੇ, ਐਂਟਰਪ੍ਰੇਨਿਓਰਸ ਹੈਗੇ ਆ, ਉਹ ਕਹਿੰਦੇ ਵੀ ਅਸੀਂ ਉਸ ਲਾਈਨ ਦੇ ਵਿੱਚ ਜਾਣਾ ਹੈ। ਬਾਕੀ ਸਾਡੇ ਪੈਕੇਜਿਸ ਸਰ ਜਿਹੜੇ ਹੈਗੇ 5.5 ਤੋਂ ਸ਼ੁਰੂ ਹੋ ਕੇ ਨੀਅਰ ਅਬਾਊਟ 18 ਲੱਖ ਤੱਕ ਸਾਡੇ ਪੈਕੇਜਿਸ ਗਏ ਹੈ। ਸਾਡੇ ਬੱਚੇ ਬਹੁਤ ਅੱਛੇ ਪਲੇਸ ਹੈ, ਕਿਉਂਕਿ ਅਸੀਂ ਬੱਚੇ ਨੂੰ ਗਰੂਮ ਹੀ ਇੱਦਾਂ ਕਰ ਦਿੰਦੇ, ਉਹਨੂੰ ਕੋਈ ਵੀ ਇੰਡਸਟਰੀ ਆ ਜਾਏ ਉਹਨੂੰ ਰਿਜੈਕਟ ਨਹੀਂ ਕਰ ਸਕਦੀ, ਕਿਉਂਕਿ ਸਾਡੇ ਕੋਲ ਪਿੱਛੇ ਇੰਡਸਟਰੀ ਦਾ ਬੈਕਗਰਾਊਂਡ ਹੋਣ ਦਾ ਬਹੁਤ ਵੱਡਾ ਬੈਨੀਫਿਟ ਹੈ ਕਿ ਜੋ ਇੰਡਸਟਰੀ ਦੇ ਵਿੱਚ ਰਿਕੁਆਇਰਮੈਂਟਸ ਹੈ, ਜੋ ਫਲੇਵਰ ਚਾਹੀਦਾ ਹੁੰਦਾ ਅਸੀਂ ਉਹ ਬੱਚੇ ਨੂੰ ਪ੍ਰੋਵਾਈਡ ਕਰ ਰਹੇ ਹਾਂ। ਅਸੀਂ ਆਪਣੇ ਬੱਚਿਆਂ ਨੂੰ ਰੈਗੂਲਰਲੀ ਆਪਣੀ ਪਲਾਂਟਸ ਦੇ ਵਿੱਚ, ਇੰਡਸਟਰੀ ਦੇ ਵਿੱਚ ਵਿਜ਼ਿਟ ਕਰਾਉਂਦੇ ਹਾਂ। ਠੀਕ ਹੈ, ਅਗਰ ਕਿਸੇ ਹੋਰ ਯੂਨੀਵਰਸਿਟੀ ਜਾਂ ਕਾਲਜ ਨੇ ਕਿਸੇ ਇੰਡਸਟਰੀ 'ਚ ਵਿਜ਼ਿਟ ਕਰਵਾਉਣਾ ਹੁੰਦਾ, ਉਹਨੂੰ ਪਰਮਿਸ਼ਨ ਲੈਣੀ ਹੁੰਦੀ ਹੈ, ਉਹ ਰਿਕੁਐਸਟ ਕਰਦਾ ਇੰਡਸਟਰੀ ਨੂੰ। ਸਾਡਾ ਤਾਂ ਆਪਣਾ ਇੰਡਸਟਰੀ ਹੈ, ਸਾਡੀ ਆਪਣੀ ਯੂਨੀਵਰਸਿਟੀ ਹੈ, ਸਾਡੇ ਕੋਲ ਇੱਕ ਡਿਫਰੈਂਟ ਐਜ ਹੈ। ਮਤਲਬ ਸਰ ਜਦੋਂ ਤੁਹਾਡੇ ਕੋਲ ਕੋਈ ਬੱਚਾ ਆ ਜਾਵੇ ਤਾਂ ਉਹ ਸਿਰਫ ਐਜੂਕੇਸ਼ਨ ਨਹੀਂ, ਸਕਿੱਲਸ ਦੇ ਨਾਲ ਨੌਕਰੀ ਵੀ ਲੈ ਕੇ ਹੀ ਉੱਥੋਂ ਨਿਕਲਦਾ? ਦੇਖੋ ਸਰ, ਉਹ ਹੁਣ ਟਾਈਮ ਲੰਘ ਗਿਆ ਕਿ ਬੱਚੇ ਮੋਟੀਆਂ-ਮੋਟੀਆਂ ਕਿਤਾਬਾਂ ਪੜ੍ਹ ਕੇ ਉਹ ਕਹਿ ਦਿੰਦੇ ਸੀ ਤੁਹਾਡੀ ਐਜੂਕੇਸ਼ਨ ਖਤਮ ਹੋ ਗਈ। ਹੁਣ ਬੱਚਾ ਪ੍ਰੈਕਟੀਕਲੀ ਇੰਪਲੀਮੈਂਟੇਸ਼ਨ ਦੇਖਣਾ ਚਾਹੁੰਦਾ। ਅਗਰ ਤੁਸੀਂ ਨਵੀਂ ਐਜੂਕੇਸ਼ਨ ਪਾਲਿਸੀ ਵੀ ਦੇਖੋ 2020, ਉਹਦੇ ਵਿੱਚ ਕੀ ਹੈ, ਪ੍ਰਾਈਮ ਫੋਕਸ ਜਿਹੜਾ ਹੈਗਾ ਉਹ ਸਕਿੱਲਸ 'ਤੇ ਦਿੱਤਾ ਗਿਆ ਅਤੇ ਆਪਣੀ ਮਦਰ ਟੰਗ 'ਤੇ ਦਿੱਤਾ ਗਿਆ। ਸਮਟਾਈਮਸ ਕੋਈ ਵੀ ਬੱਚਾ ਹੈਗਾ ਉਹ ਕਿਸੇ ਚੀਜ਼ ਨੂੰ ਆਪਣੀ ਮਦਰ ਟੰਗ ਦੇ ਵਿੱਚ ਜ਼ਿਆਦਾ ਬੈਟਰ ਵੇ ਨਾਲ ਐਕਸਪ੍ਰੈਸ ਕਰ ਸਕਦਾ। ਉਹ ਤੋਂ ਬਾਅਦ ਮਲਟੀਪਲ ਐਂਟਰੀ ਹੈ, ਮਲਟੀਪਲ ਐਗਜ਼ਿਟ ਹੈ, ਜਿਹਦੇ ਵਿੱਚ ਕੀ ਹੈ, ਬੱਚਾ ਜਦੋਂ ਚਾਹਵੇ ਐਡਮਿਸ਼ਨ ਲੈ ਸਕਦਾ, ਜਦੋਂ ਚਾਹਵੇ ਉਹ ਛੱਡ ਸਕਦਾ। ਉਸ ਤੋਂ ਬਾਅਦ 2 ਸਾਲ ਬਾਅਦ ਫਿਰ ਉਹਦਾ ਦਿਲ ਕਰੇ ਆਉਂਦਾ। ਪ੍ਰੋਪਰ ਇੱਕ ਕ੍ਰੈਡਿਟ ਬੈਂਕ ਬਣਿਆ ਹੈਗਾ। ਨਵੀਂ ਐਜੂਕੇਸ਼ਨ ਪਾਲਿਸੀ ਨਾਲ ਇੱਕ ਰੈਵੋਲੂਸ਼ਨ ਆਏਗਾ ਇੰਡੀਆ ਦੀ ਐਜੂਕੇਸ਼ਨ ਦੇ ਵਿੱਚ। ਤੁਸੀਂ ਦੇਖੋਗੇ ਕਿ ਬੱਚਿਆਂ ਦਾ ਇੱਕ ਪਰਸਨੈਲਿਟੀ ਡਿਫਰੈਂਟ ਵੇ ਨਾਲ ਡਿਵੈਲਪ ਹੋਏਗੀ ਜਦੋਂ ਬੱਚਾ ਆਊਟਰ ਐਟਮੋਸਫੇਅਰ ਵਿੱਚ ਜਾਏਗਾ। ਦੇਖੋ ਅੱਗੇ ਜਿਹੜੇ ਸਾਡੇ ਬੱਚੇ ਸੀਗੇ ਉਹ ਸਿਰਫ ਬੁੱਕਸ ਪੜ੍ਹ ਕੇ ਜਿੰਨੀ ਕੁ ਪ੍ਰੋਗਰੈਸ ਕਰ ਸਕਦੇ ਸੀ ਉਹ ਕਰਦੇ ਸੀ। ਈਵਨ ਬਾਹਰ ਜਾ ਕੇ ਵੀ ਬੱਚੇ ਸੈਟਲ ਹੋਏ, ਮਗਰ ਹੁਣ ਡਿਫਰੈਂਟ ਹੈ। ਹੁਣ ਸਾਡੇ ਬੱਚੇ ਜਿਹੜੇ ਆ ਉਹ ਡਿਫਰੈਂਟ ਡਿਵੈਲਪ ਹੋਣਗੇ। ਜਿੱਦਾਂ ਜਾਪਾਨ ਜਾਂ ਚਾਈਨਾ ਦੇ ਵਿੱਚ ਬੱਚਿਆਂ ਦੀ ਪਰਸਨੈਲਿਟੀ ਡਿਵੈਲਪਮੈਂਟ ਹੁੰਦੀ ਹੈ, ਦ ਡੇ ਇਜ਼ ਨਾਟ ਫਾਰ ਅਵੇ ਕਿ ਇੰਡੀਆ ਦੇ ਬੱਚੇ ਵੀ ਉੱਦਾਂ ਡਿਵੈਲਪ ਕਰਨਗੇ। ਸਰ ਸੁਣਿਆ ਕਿ ਇੱਥੇ ਸਕਾਲਰਸ਼ਿਪਸ ਵੀ ਬੱਚਿਆਂ ਨੂੰ ਬਹੁਤ ਦਿੱਤੀਆਂ ਜਾਂਦੀਆਂ ਤਾਂ ਕਿ ਜਿਸ ਤਰ੍ਹਾਂ ਕਈ ਗਰੀਬ ਘਰਾਂ ਤੋਂ ਵੀ, ਮਜਬੂਰ ਘਰਾਂ ਤੋਂ ਵੀ ਆਉਂਦੇ ਨੇ, ਵੀ ਉਹਨਾਂ ਦੀ ਵੀ ਐਜੂਕੇਸ਼ਨ 'ਚ ਕੋਈ ਅੜਿੱਕਾ ਨਾ ਪਵੇ। ਨਹੀਂ, ਸਾਡਾ ਦੇਖੋ ਮੇਨ ਫੋਕਸ ਹੀ ਸੋਸਾਇਟੀ ਨੂੰ ਸਰਵ ਕਰਨਾ ਹੈ। ਸਾਡੀ ਜਿਹੜੀ ਫਾਊਂਡੇਸ਼ਨ ਹੀ ਰੱਖੀ ਗਈ GNA ਯੂਨੀਵਰਸਿਟੀ ਦੀ, ਉਹ ਸੋਸਾਇਟੀ ਨੂੰ ਬੈਨੀਫਿਟ ਦੇਣ ਲਈ ਰੱਖੀ ਗਈ ਹੈ। ਅਗਰ ਜੇ ਪੈਸਾ ਕਮਾਉਣਾ ਹੁੰਦਾ ਤਾਂ ਇੱਕ ਪਲਾਂਟ ਹੋਰ ਲਗਾ ਲੈਂਦੇ ਜਾਂ ਇੱਕ ਇੰਡਸਟਰੀ ਹੋਰ ਡਿਵੈਲਪ ਕਰ ਲੈਂਦੇ। ਸਾਡਾ ਮੇਨ ਫੋਕਸ ਹੀ, ਸਾਡੇ ਪ੍ਰੋ ਚਾਂਸਲਰ ਸਰਦਾਰ ਗੁਰਦੀਪ ਸਿੰਘ ਸੀਦਾ ਦਾ ਫੋਕਸ ਹੀ ਇਹ ਸੀਗਾ ਕਿ ਮੈਂ ਸੋਸਾਇਟੀ ਨੂੰ ਸਰਵ ਕਰਨਾ ਹੈ। ਅਤੇ ਮੈਂ ਇੱਥੇ ਛੋਟੀ ਜਿਹੀ ਇੱਕ ਸਟੋਰੀ ਹੈ, ਥੋੜ੍ਹੀ ਜਿਹੀ ਤੁਹਾਡੇ ਨਾਲ ਸ਼ੇਅਰ ਕਰ ਲੈਣਾ, ਕਿਉਂਕਿ ਉਹਨਾਂ ਦੇ ਦਾਦਾ ਜੀ ਦੀ ਵਿਲ ਦੇ ਵਿੱਚ ਲਿਖਿਆ ਸੀ ਕਿ ਮੈਂ ਜੋ ਹਾਰਡ ਮਨੀ ਅਰਨ ਕੀਤੀ ਹੈ ਤਾਂ ਕੁਛ ਅਮਾਊਂਟ ਜਿਹੜਾ ਹੈਗਾ ਉਹ ਐਜੂਕੇਸ਼ਨ 'ਚ ਸਪੈਂਡ ਹੋਣਾ ਚਾਹੀਦਾ, ਕਿਉਂਕਿ ਉਹ ਵਿਜ਼ਨਰੀ ਸੀਗੇ। ਉਹਨਾਂ ਦਾ ਵਿਜ਼ਨ ਦਾ ਸਦਕਾ ਹੀ 1946 ਤੋਂ ਲੈ ਕੇ 2023 ਤੱਕ ਅਸੀਂ ਇੰਨੀ ਲੰਬੀ ਜਰਨੀ ਟਰੈਵਲ ਕੀਤੀ ਹੈ, ਓਨਲੀ ਡਿਊ ਟੂ ਦ ਵਿਜ਼ਨ ਆਫ ਆਵਰ ਗ੍ਰੈਂਡਫਾਦਰ ਆਫ ਆਵਰ ਪ੍ਰੋ ਚਾਂਸਲਰ ਸਰ। ਅਤੇ ਉਹਨਾਂ ਨੇ ਕਿਹਾ ਸੀ ਕਿ ਮੇਰੀ ਜਿਹੜੀ ਹਾਰਡ ਮਨੀ ਹੈ ਉਹਦੇ ਵਿੱਚੋਂ ਕੁਛ ਐਜੂਕੇਸ਼ਨ ਦੇ ਵਿੱਚ ਸਪੈਂਡ ਕਰਨਾ ਹੈ। ਇਨੀਸ਼ਲੀ ਗੁਰਦੀਪ ਸਿੰਘ ਸੀਦਾ ਜੀ ਜਿਹੜੇ ਸਾਡੇ ਪ੍ਰੋ ਚਾਂਸਲਰ ਸਰ ਹੈ, ਉਹਨਾਂ ਨੇ ਪਹਿਲਾਂ ਇਨੀਸ਼ਲੀ ਇੱਕ GNA IMT ਨਾਮ 'ਤੇ ਕਾਲਜ ਐਸਟੈਬਲਿਸ਼ ਕੀਤਾ। ਉੱਥੇ ਬੜਾ ਅੱਛਾ ਰਿਸਪੌਂਸ ਮਿਲਿਆ। ਉਹਨਾਂ ਬੜੀ ਨਾਮ ਸੀ ਏਰੀਏ ਦੇ ਵਿੱਚ ਕਿ ਉੱਥੇ ਜਿਹੜਾ ਬੱਚਾ ਪੜ੍ਹ ਕੇ ਜਾ ਰਿਹਾ ਉਹ ਬੱਚੇ ਨੂੰ ਬੜੀਆਂ ਅੱਛੀਆਂ ਪਲੇਸਮੈਂਟਸ ਹੋ ਰਹੀਆਂ ਸੀ, ਬੜਾ ਰੀਜਨ ਦੇ ਨਾਮ ਸੀ। ਉਹਨਾਂ ਨੇ ਦੇਖਿਆ ਕਿ ਬੜਾ ਅੱਛਾ ਰਿਸਪੌਂਸ ਹੈ ਅਤੇ ਫਿਰ ਉਹਨਾਂ ਨੇ ਇਹ ਯੂਨੀਵਰਸਿਟੀ ਐਸਟੈਬਲਿਸ਼ ਕਰ ਲਈ 2014 ਦੇ ਵਿੱਚ। ਅਤੇ ਉਹਨਾਂ ਦਾ ਮੇਨ ਜਿਹੜਾ ਤੁਸੀਂ ਪਹਿਲਾਂ ਕੁਐਸਚਨ ਪੁੱਛ ਰਹੇ ਹੋ, ਫੋਕਸ ਹੀ ਇਹ ਹੈ ਕਿ ਸੋਸਾਇਟੀ ਦਾ ਜਿਹੜਾ ਵੀਕਰ ਸੈਕਸ਼ਨ ਹੈ ਉਹਦੀ ਹੈਲਪ ਕਿੱਦਾਂ ਕੀਤੀ ਜਾ ਸਕੇ। ਉਹਦੇ ਲਈ ਕੀ ਹੈ, ਅਸੀਂ ਸਕਾਲਰਸ਼ਿਪਸ ਦੇ ਰਹੇ ਹਾਂ। ਸਕਾਲਰਸ਼ਿਪਸ ਜਿਹੜੀਆਂ ਹੈਗੀਆਂ ਦੋ ਤਰ੍ਹਾਂ ਨਾਲ ਹੈ। ਮੇਨ ਜਿਹੜੀ ਦੋ ਤਰ੍ਹਾਂ ਨਾਲ ਕਿੱਦਾਂ ਹੈ, ਇੱਕ ਤਾਂ ਜਿਹੜਾ ਬੱਚਾ +2 'ਚ ਜੋ ਸਕੋਰ ਕਰ ਰਿਹਾ ਉਹਦੇ ਬੇਸ 'ਤੇ ਸਕਾਲਰਸ਼ਿਪ ਮਿਲ ਜਾਂਦੀ ਹੈ ਕਿ ਉਹਦੇ ਪਰਸੈਂਟੇਜ ਅੱਛੀ ਹੈ ਅਤੇ ਉਹਦੇ ਅਕੋਰਡਿੰਗਲੀ ਸਕਾਲਰਸ਼ਿਪ। ਸਮਟਾਈਮਸ ਕੋਈ ਬੱਚੇ ਡਿਊ ਟੂ ਸਮ ਪ੍ਰੋਬਲਮਸ ਘਰ ਦੀਆਂ ਜਾਂ ਸਮਟਾਈਮਸ ਕੋਈ ਬਿਮਾਰ ਹੋ ਜਾਂਦਾ, ਕੁਛ ਹੋ ਜਾਂਦਾ, ਉਹਦੇ ਫਾਈਨਲ ਐਗਜ਼ਾਮ 'ਚ ਉਸ ਲੈਵਲ 'ਤੇ ਪਰਫੋਰਮ ਨਹੀਂ ਕਰ ਪਾਉਂਦਾ, ਅਤੇ ਉਸ ਟਾਈਮ 'ਤੇ ਕੀ ਹੈਗਾ ਕਿ ਉਹਦੇ ਲਈ ਅਸੀਂ ਇੱਕ GU ਸੈੱਟ ਰੱਖਿਆ ਹੋਇਆ ਜੋ ਉਹਦੇ +2 ਦੇ ਬੇਸ 'ਤੇ। ਅਗਰ ਮੈਡੀਕਲ ਦਾ ਬੱਚਾ ਹੈ, ਮੈਡੀਕਲ ਬੇਸ 'ਤੇ ਟੈਸਟ ਬਣਿਆ ਹੋਇਆ, ਜੇ ਨਾਨ ਮੈਡੀਕਲ ਦਾ ਨਾਨ ਮੈਡੀਕਲ ਬੇਸ 'ਤੇ ਟੈਸਟ ਬਣਿਆ, ਅਗਰ ਆਰਟਸ ਦਾ ਸਟੂਡੈਂਟ ਉਹਦੇ ਬੇਸ 'ਤੇ ਹੈ, ਕਮਰਸ ਦਾ ਅਤੇ ਕਮਰਸ ਦੇ ਬੇਸ 'ਤੇ ਹੈ।
ਉਹ ਆਪਾਂ ਉਹਦਾ ਟੈਸਟ ਲੈਂਦੇ ਆ, ਜੋ ਸਕੋਰ ਕਰਦਾ ਉਹਦੇ ਅਕੋਰਡਿੰਗਲੀ ਉਹਨੂੰ ਸਕੋਲਰਸ਼ਿਪਸ ਦਿੰਦੇ ਆ। ਉਸ ਤੋਂ ਬਾਅਦ ਸਪੋਰਟਸ ਕੈਟਾਗਰੀ ਨੂੰ ਪ੍ਰਮੋਟ ਕਰਨ ਲਈ, ਕਿ ਸਾਡਾ ਮੇਨ ਹੁਣ ਹੈ ਕਿ ਅਸੀਂ ਸਪੋਰਟਸ ਦੇ ਵਿੱਚ GNA ਯੂਨੀਵਰਸਿਟੀ ਨੂੰ ਬਹੁਤ ਅੱਗੇ ਲੈ ਕੇ ਜਾਣਾ, ਉਹਦੇ ਲਈ ਕਿ ਅਸੀਂ ਸਪੋਰਟਸ ਕੈਟਾਗਰੀ ਦੇ ਵਿੱਚ ਵੀ ਆਪਣੇ ਸਕੋਲਰਸ਼ਿਪਸ ਦੇ ਰਹੇ ਹਾਂ, ਤਾਂ ਕਿ ਸਾਡੇ ਕੋਲ ਅੱਛੇ ਪਲੇਅਰਸ ਆਉਣ ਤੇ ਸਾਡਾ ਯੂਨੀਵਰਸਿਟੀ ਦਾ ਨਾਮ ਬਣੇ। ਕਿਉਂਕਿ ਅਸੀਂ ਯੂਨੀਵਰਸਿਟੀ ਦੀ ਜਿਹੜੀ ਡਿਵੈਲਪਮੈਂਟ ਹੈ ਉਹ 360 ਡਿਗਰੀ ਐਂਗਲ ਤੇ ਕਰਨਾ ਚਾਹੁੰਦੇ ਹਾਂ। ਆਪੀ ਖਾਲੀ ਇੰਜੀਨੀਅਰਿੰਗ ਤੱਕ ਨਹੀਂ ਸੀਮਿਤ ਰੱਖਣਾ ਚਾਹੁੰਦੇ, ਖਾਲੀ ਹਸਪਿਟੈਲਿਟੀ ਤੱਕ ਨਹੀਂ ਸੀਮਿਤ ਰੱਖਣਾ ਚਾਹੁੰਦੇ, ਖਾਲੀ ਮੈਡੀਕਲ ਤੱਕ ਸੀਮਿਤ ਅਸੀਂ ਚਾਹੁੰਦੇ ਹਾਂ ਕਿ GNA ਯੂਨੀਵਰਸਿਟੀ 360 ਡਿਗਰੀ ਤੇ ਪੂਰੀ ਪ੍ਰੋਗਰੈਸ ਸਰ ਕਰੇ। ਆਪਣੇ ਇੱਥੋਂ ਪੰਜਾਬ ਚੋਂ ਬੱਚੇ ਬਾਹਰ ਪੜ੍ਹਨ ਜਾ ਰਹੇ ਨੇ, ਪਰ ਇੱਥੇ ਯੂਨੀਵਰਸਿਟੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਵੀ ਆ ਰਹੇ ਨੇ ਪੜ੍ਹਨ। ਮੈਂ ਪ੍ਰਾਊਡਲੀ ਕਹਿੰਦਾ ਕਿ ਸਾਡੇ ਕੋਲ ਅਫਰੀਕਾ ਤੋਂ, ਉਸ ਤੋਂ ਬਾਅਦ ਨੇਪਾਲ ਤੋਂ, ਭੂਟਾਨ ਤੋਂ ਸਾਡੇ ਕੋਲ ਬੱਚੇ ਆ ਰਹੇ ਆ। ਉਹਦਾ ਮੇਨ ਰੀਜ਼ਨ ਹੀ ਹੈ ਕਿ ਸਾਡਾ ਕੁਆਲਿਟੀ ਐਜੂਕੇਸ਼ਨ। ਮੈਸੇਜ ਕੀ ਦੇਣਾ ਚਾਹੋਗੇ ਸਰ? ਮੈਂ ਬੱਚਿਆਂ ਨੂੰ ਇੱਕੋ ਹੀ ਐਡਵਾਈਸ ਕਰਨਾ ਚਾਹੂੰਗਾ ਇੱਥੇ ਕਿ ਬੇਟਾ ਸ਼ਾਰਟਕਟ ਲਈ ਨਹੀਂ ਕਦੇ ਵੀ ਜਾਣਾ, ਕਿਉਂਕਿ ਸ਼ਾਰਟਕਟ ਲਈ ਆਪਾਂ ਬਹੁਤ ਛੇਤੀ ਕੋਈ ਚੀਜ਼ ਅਚੀਵ ਕਰ ਲੈਂਦੇ ਹਾਂ, ਪਰ ਉਹ ਚੀਜ਼ ਸਾਡੇ ਕੋਲ ਜ਼ਿਆਦਾ ਦੇਰ ਤੱਕ ਨਹੀਂ ਰਹਿੰਦੀ। ਜੇ ਸਾਡੇ ਹੱਥ ਵਿੱਚ ਕੋਈ ਸਕਿੱਲ ਹੈ, ਅਗਰ ਹਾਰਡ ਲੇਬਰ ਕਰਕੇ ਆਪਾਂ ਕੋਈ ਸਕਿੱਲ ਅਚੀਵ ਕਰ ਲੈਂਦੇ ਹਾਂ, ਤੇ ਉਹ ਤੁਹਾਡੇ ਨਾਲ ਥਰੂ ਆਊਟ ਲਾਈਫ ਚੱਲਦਾ। ਜਿੱਦਾਂ ਹੁਣ ਇੱਕ ਪਲੇਅਰ ਹੈ, ਉਹਦੀ ਬਾਡੀ ਲੈਂਗੁਏਜ ਡਿਫਰੈਂਟ ਹੁੰਦੀ ਹੈ, ਉਹਨੂੰ ਬਾਡੀ ਲੈਂਗੁਏਜ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਪਲੇਅਰ ਨੇ ਬਹੁਤ ਮਿਹਨਤ ਕੀਤੀ ਹੈ। ਸੇਮ ਜਦੋਂ ਸਾਡਾ ਬੱਚਾ ਇੱਥੋਂ ਪ੍ਰਿਪੇਅਰ ਹੋ ਕੇ ਆਊਟਰ ਵਰਲਡ ਵਿੱਚ ਜਾਂਦਾ ਹੈ, ਉਹਦੀ ਪਰਸਨੈਲਿਟੀ ਜੋ ਹੈ, ਉਹਦੀ ਬਾਡੀ ਲੈਂਗੁਏਜ ਹੈ, ਉਹ ਕਿੱਦਾਂ ਵਾਕ ਕਰਦਾ, ਕਿੱਦਾਂ ਟਾਕ ਕਰਦਾ, ਠੀਕ ਹੈ, ਉਹ ਤੋਂ ਹੀ ਲੱਗਦਾ ਹੈ ਕਿ ਉਹ ਬੱਚੇ ਦੀ ਗਰੂਮਿੰਗ ਬਹੁਤ ਡਿਫਰੈਂਟ ਹੋਈ ਹੈ। ਉਹਨੂੰ ਆਪਣੇ ਵੱਲ ਅਟਰੈਕਟ ਕਰਨ ਦੀ ਕੋਸ਼ਿਸ਼ ਕਰਦੀ ਹੈ, ਕਿਉਂਕਿ ਚੰਗੀ ਚੀਜ਼ ਨੂੰ ਹਰ ਆਦਮੀ ਆਪਣੇ ਕੋਲ ਚਾਹੁੰਦਾ। ਤੇ ਮੈਂ ਇਸ ਕਰਕੇ ਬੱਚਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਬੇਟਾ ਸ਼ਾਰਟਕਟ ਲਈ ਨਾ ਜਾਇਓ ਕਦੀ ਵੀ ਲਾਈਫ ਦੇ ਵਿੱਚ, ਬਾਕੀ ਮਿਹਨਤ ਕਰੋ। ਕੋਈ ਵੀ ਬੰਦਾ ਮਿਹਨਤ ਕਰਦਾ, ਕਿਸੇ ਵੀ ਫੀਲਡ 'ਚ ਕਰਦਾ, ਆਮ ਨਾਟ ਟਾਕਿੰਗ ਅਬਾਊਟ ਐਜੂਕੇਸ਼ਨ ਓਨਲੀ, ਕਿਸੇ ਵੀ ਫੀਲਡ 'ਚ ਅਗਰ ਬੱਚਾ ਮਿਹਨਤ ਕਰਦਾ, ਚਾਹੇ ਸਪੋਰਟਸ ਹੈ, ਚਾਹੇ ਹੋਰ ਕੋਈ ਐਕਟੀਵਿਟੀ ਹੈ, ਉਹਦਾ ਰਿਜ਼ਲਟ ਜ਼ਰੂਰ ਆਉਂਦਾ, ਕਿਉਂਕਿ ਪ੍ਰਮਾਤਮਾ ਨੇ ਸਾਰਾ ਕੁਝ ਆਪਣੇ ਹੱਥ 'ਚ ਰੱਖਿਆ। ਤੇ ਜਿਹੜਾ ਬੰਦਾ ਮਿਹਨਤ ਕਰਦਾ ਕਿਸੇ ਵੀ ਫੀਲਡ ਦੇ ਵਿੱਚ, ਉਹਨੂੰ ਪ੍ਰੋਗਰੈਸ ਮਿਲਦੀ ਹੈ। ਡਿਲੇ ਹੋ ਸਕਦੀ ਹੈ, ਠੀਕ ਹੈ, ਡਿਲੇ ਹੋ ਸਕਦੀ ਹੈ, ਪਰ ਇਹ ਨਹੀਂ ਵੀ ਉਹਨੂੰ ਕਦੀ ਮਿਲੇਗੀ ਨਹੀਂ। ਜਦੋਂ ਡਿਲੇ ਹੋ ਕੇ ਮਿਲੇਗੀ, ਉਹ ਹੋਰ ਚਮਕ ਕੇ ਨਿਕਲੇਗਾ। ਬਹੁਤ ਬਹੁਤ ਧੰਨਵਾਦ ਜੀ। ਤੇ ਇਸ ਸਾਡੇ ਨਾਲ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਡੀਨ ਵਿਕਰਾਂਤ ਸ਼ਰਮਾ ਜੀ, GNA ਯੂਨੀਵਰਸਿਟੀ ਤੋਂ। ਤਾਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਿੱਚ ਕੀ ਕੀ ਫੈਸਿਲਿਟੀਆਂ ਨੇ। ਹਾਲਾਂਕਿ ਪੰਜਾਬ ਦੇ ਜਿਹੜੇ ਬੱਚੇ ਨੇ ਉਹ ਬਾਹਰ ਪੜ੍ਹਾਈ ਕਰਨ ਜਾਂਦੇ ਨੇ, ਪਰ ਦੂਜੇ ਦੇਸ਼ਾਂ ਦੇ ਲੋਕ ਜਿਹੜੇ ਨੇ, ਬੱਚੇ ਨੇ, ਉਹ ਇੱਥੇ ਪੰਜਾਬ ਦੀ ਇਸ ਯੂਨੀਵਰਸਿਟੀ ਦੇ ਵਿੱਚ ਵੀ ਪੜ੍ਹਾਈ ਕਰਨ ਆਉਂਦੇ। ਤਾਂ ਜੇ ਤੁਸੀਂ ਵੀ ਹਜੇ ਕੁਝ ਸੋਚ ਰਹੇ ਹੋ ਕਿ ਅਸੀਂ ਕਿੱਥੇ ਐਡਮਿਸ਼ਨ ਲੈਣੀ ਆ, ਅਸੀਂ ਕਿਸ ਤਰ੍ਹਾਂ ਆਪਣਾ ਭਵਿੱਖ ਵਧੀਆ ਬਣਾਉਣਾ, ਤਾਂ ਤੁਸੀਂ ਵੀ ਇੱਕ ਵਾਰੀ ਇੱਥੇ ਜ਼ਰੂਰ ਚੱਕਰ ਮਾਰ ਕੇ ਜਾਓ। ਤਾਂ ਵਧੇਰੇ ਅਪਡੇਟਸ ਜਾਣਨ ਜਰੂਰ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਨਮਜੀਤ ਸਿੰਘ ਪੱਲਾ, ਰੋਜ਼ਾਨਾ ਸਪੋਕਸਮੈਨ, ਫਗਵਾੜਾ।